अस्सलाम वालेकुम माई यूट्यूब फैमिली। उम्मीद करदी ਹਾਂ ਤੁਸੀਂ ਸਾਰੇ ਠੀਕ ਹੋਵੇਗੇ। ਅਲਹਮਦੁਲਿਲਾ ਅਸੀਂ ਵੀ ਠੀਕ ਹਾਂ। ਤੇ ਜਿਸ ਤਰ੍ਹਾਂ ਮੈਂ ਆਪਣਾ ਨਵਾਂ ਨਿਊ ਚੈਨਲ ਬਣਾਇਆ ਹੈ ਤੇ ਮੈਂ ਇਹਦੇ ਵਿੱਚ ਆਪਣੀ ਜ਼ਿੰਦਗੀ ਦੇ 21 ਸਾਲ ਦੀ ਸਟੋਰੀ ਤੁਹਾਡੇ ਨਾਲ ਬਿਆਨ ਕਰਾਂਗੀ ਕਿ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਮੇਰੇ ਜ਼ਿੰਦਗੀ 'ਚ ਉਤਾਰ ਚੜ੍ਹਾਓ ਆਏ ਨੇ ਤੇ ਕਿਹੜੀ ਮੈਂ ਕਮਕਲੀਆਂ ਕੀਤੀਆਂ ਨੇ ਤੇ ਕਿਹੜੀ ਹੁਣ ਜਿੰਨੀ ਕਿ ਹੁਣ ਮੈਂ ਅਕਲਮੰਦ ਹੋ ਗਈ ਹਾਂ। ਕਹਿੰਦੇ ਨਾ ਕਿ ਜ਼ਿੰਦਗੀ ਦੀ ਠੋਕਰ ਇਨਸਾਨ ਨੂੰ ਅਕਲਮੰਦ ਕਰ ਦਿੰਦੀ ਹੈ। ਅਤੇ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਕਿ ਮੈਂ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਦੀਆਂ ਬੱਚੀਆਂ ਜਿਹੜੀਆਂ ਜਿਨ੍ਹਾਂ ਦੀਆਂ ਸ਼ਾਦੀਆਂ ਹੁੰਦੀਆਂ ਕਮਅਕਲ ਹੁੰਦੀਆਂ ਨੇ, ਇੰਨੀ ਅਕਲ ਨਹੀਂ ਹੁੰਦੀ, ਉਹਨਾਂ ਵਾਸਤੇ ਮੋਟੀਵੇਸ਼ਨਲ ਵੀਡੀਓ ਮੈਂ ਬਣਾ ਰਹੀ ਹਾਂ। ਮੈਂ ਚਾਹੁੰਦੀ ਹਾਂ ਉਹ ਧੀਆਂ ਸੋਹਣੀਆਂ ਆਪਣੇ ਘਰਾਂ 'ਚ ਵਸਣ ਅਤੇ ਜਿਹੜੀ ਗਲਤੀਆਂ ਅਸੀਂ ਕੀਤੀਆਂ ਉਨੀ ਨਾ ਕਰਨ। ਅਤੇ ਦੇਖੋ ਜੀ, ਮੇਰੀ ਜ਼ਿੰਦਗੀ ਦਾ ਪਹਿਲਾ ਸਾਲ ਜਿਹੜਾ ਮੈਂ ਸ਼ਾਦੀ ਹੋ ਕੇ ਮੈਂ ਆਈ 2004 ਵਿੱਚ। 2004 ਵਿੱਚ ਮੇਰੀ ਸ਼ਾਦੀ ਹੋਈ ਹੈ ਅਤੇ ਮੈਂ ਜ਼ਿੰਦਗੀ ਦਾ ਆਗਾਜ਼ ਕੀਤਾ ਉਸ ਸਾਲ ਤੋਂ। ਅਤੇ ਬਸ ਜਦੋਂ ਮੇਰੀ ਸ਼ਾਦੀ ਹੋ ਕੇ ਆਈ, ਮੈਂ ਪਠਾਣਾਂ ਦੇ ਵਿੱਚੋਂ ਬਿਲੋਂਗ ਕਰਨੀ ਆ, ਪਠਾਨ ਫੈਮਿਲੀ ਤੋਂ। ਅਤੇ ਮੇਰੇ ਸਸੁਰਾਲ ਜਿਹੜਾ ਹੈਗਾ ਉਹ ਵੀ ਪਠਾਨ ਹੈ, ਪਰ ਉਹ ਤੁਰਕ ਪਠਾਨ, ਪੰਜਾਬੀਆਂ 'ਚ ਪਠਾਨ ਨੇ। ਅਤੇ ਉਹਨਾਂ ਦੇ ਯਾਨੀ ਕਿ ਘਰ ਦੇ ਉਹਦੇ ਵਿੱਚ ਅਤੇ ਮੇਰੇ ਘਰ ਦੇ ਵਿੱਚ ਬੜਾ ਫ਼ਰਕ ਸੀ। ਉਹਨਾਂ ਦਾ ਘਰ ਦਾ ਮਾਹੌਲ ਹੋਰ ਸੀ, ਮੇਰੇ ਘਰ ਦਾ ਮਾਹੌਲ। ਅਸੀਂ ਪਠਾਨ ਇੱਕ ਪਲੇਟ 'ਚ ਖਾਣ ਵਾਲੇ ਅਤੇ ਉਨੀ ਅਲੱਗ ਅਲੱਗ ਪਲੇਟਾਂ 'ਚ ਖਾਣ ਵਾਲੇ। ਅਤੇ ਜ਼ਿੰਦਗੀ ਬੜੀ ਮੁਸ਼ਕਿਲ ਸੀ ਅਤੇ ਆਸਾਨ ਵੀ ਸੀ ਅਗਰ ਕਿਸੇ ਦਾ ਸਾਥ ਹੋਵੇ। ਅਤੇ ਮੇਰੇ ਹਸਬੈਂਡ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਅਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਬੀਵੀ ਬਣ ਸਕੀ ਹਾਂ, ਸਿਰਫ ਆਪਣੇ ਹਸਬੈਂਡ ਦੀ ਸਪੋਰਟ ਦੇ ਨਾਲ। ਅਤੇ ਦੇਖੋ, ਮੇਰੀ ਜਦੋਂ ਸ਼ਾਦੀ ਹੋ ਕੇ ਆਈ, ਜਿਹੜੇ ਨਾਜ਼ ਨਖਰੇ ਹੁੰਦੇ ਆ ਕੁੜੀਆਂ ਦੇ, ਅਤੇ ਉਹ ਜ਼ਿੰਦਗੀ ਦੇ ਨਾਜ਼ ਨਖਰੇ ਸੀਗੇ ਸਾਡੇ। ਅਤੇ ਆਸਤਾ ਆਸਤਾ ਜਦੋਂ ਹਾਂਡੀ ਰੋਟੀ ਵੱਲ ਅਸੀਂ ਆਏ ਹਾਂ, ਮੈਨੂੰ ਨਹੀਂ ਸੀ ਪਤਾ ਇਹਨਾਂ ਦੇ ਘਰ ਦਾ ਕੀ ਹਿਸਾਬ ਹੈ, ਕੀ ਕਿਤਾਬ ਹੈ। ਮੈਂ ਸਿਰਫ ਵੇਖਦੀ ਹੁੰਦੀ ਸੀ ਕਿ ਇੰਨੀ ਕੀ ਕਰ ਰਿਹਾ, ਕਿਸ ਤਰ੍ਹਾਂ ਕਰ ਰਿਹਾ। ਫਿਰ ਉਹਨਾਂ ਨੂੰ ਉਸ ਚੀਜ਼ ਨੂੰ ਮੈਂ ਫੋਲੋ ਕੀਤਾ। ਠੀਕ ਹੈ, ਮੇਰੀ ਜ਼ਿੰਦਗੀ ਦੀ ਸਭ ਨਾਲੋਂ ਵੱਡੀ ਕਮਕਲੀ ਇਹ ਸੀ ਕਿ ਜਦੋਂ ਮੇਰੀ ਸ਼ਾਦੀ ਹੋ ਕੇ ਆਈ ਹੈ ਅਤੇ ਸਾਡੇ ਪਠਾਣਾਂ ਵਿੱਚ ਇੱਕ ਰਿਵਾਜ਼ ਹੈ ਜੀ, ਉਹ ਇੱਕ ਬੋਲ ਦੇ ਵਿੱਚ ਪਾ ਕੇ ਸਾਲਨ ਜਾਂ ਕੋਈ ਵੀ ਚੀਜ਼ ਇੱਕ ਬੋਲ 'ਚ ਪਾ ਕੇ ਨਹੀਂ ਰੱਖਦੇ, ਉਹ ਲਹਿਦਾ ਪਲੇਟਾਂ ਬਣਾਉਂਦੇ ਨੇ। ਅਤੇ ਮੈਂ ਉਸੇ ਤਰ੍ਹਾਂ ਉਹ ਕੰਮ ਕੀਤਾ ਅਤੇ ਮੇਰੇ ਹਸਬੈਂਡ ਮੇਰੇ ਕੋਲ ਆਏ, ਮੈਨੂੰ ਉਹਨਾਂ ਨੇ ਸਮਝਾਇਆ। ਉਹਨਾਂ ਨੇ ਕਿਹਾ ਕਿ ਦੇਖੋ, ਇਹ ਇਸ ਤਰ੍ਹਾਂ ਨਹੀਂ ਕਰਨਾ, ਇਹਨੂੰ ਇੱਕ ਬੋਲ 'ਚ ਪਾਓ, ਨਾਲ ਛੋਟੇ ਬੋਲ ਰੱਖੋ ਜਿਹਦੇ ਵਿੱਚ ਉਹਨੇ ਖੁਦ ਜਿੰਨੀ ਉਹਨਾਂ ਨੂੰ ਜ਼ਰੂਰਤ ਹੈ ਓਨਾ ਉਹ ਡਾਲ ਕੇ ਖਾ ਲੈਣਗੇ। ਅਤੇ ਮੈਂ ਕਿਹਾ ਚਲੋ ਠੀਕ ਹੈ, ਜਿਸ ਤਰ੍ਹਾਂ ਤੁਹਾਡੀ ਖਵਾਹਿਸ਼ ਹੈ। ਅਤੇ ਮੈਂ ਫਿਰ ਉਸੀ ਤਰ੍ਹਾਂ ਸੇਮ ਕੀਤਾ। ਅਲਹਮਦੁਲਿਲਾ ਕਿ ਮੇਰੇ ਹਸਬੈਂਡ ਨੇ ਮੈਨੂੰ ਉਸ ਚੀਜ਼ ਤੋਂ ਪਹਿਲੀ ਦਫਾ ਸਪੋਰਟ ਮੈਨੂੰ ਦਿੱਤੀ ਅਤੇ ਮੈਂ ਉਸ ਚੀਜ਼ ਨੂੰ ਸਮਝੀ ਹਾਂ। ਅਤੇ ਮੈਨੂੰ ਬਹੁਤ ਇਸ ਚੀਜ਼ 'ਚ ਉਹ ਹੋਇਆ ਕਿ ਚਲੋ ਸ਼ੁਕਰ ਹੈ ਕਿ ਮੇਰੇ ਨਾਲ ਮੇਰੇ ਹਸਬੈਂਡ ਬੜੇ ਅੱਛੇ ਨੇ। ਉਹਨਾਂ ਨੇ ਮੇਰਾ ਅਹਿਸਾਸ ਕੀਤਾ, ਮੈਨੂੰ ਉਹਨਾਂ ਨੇ ਦੱਸਿਆ। ਅਤੇ ਦੇਖੋ, ਇਹ ਛੋਟੀ ਛੋਟੀ ਜਿਹੜੀ ਗਲਤੀਆਂ ਹੁੰਦੀਆਂ ਨਾ, ਇਹ ਜ਼ਿੰਦਗੀ 'ਚ ਬੜੀ ਮੁਸ਼ਕਿਲਾਂ ਪੈਦਾ ਕਰਦੀਆਂ। ਇਹ ਅਸੀਂ ਆਪਣੇ ਵੱਲੋਂ ਤਾਂ ਕਹਿੰਦੇ ਹਾਂ ਅਸੀਂ ਸਹੀ ਕਰ ਰਹੇ ਹਾਂ, ਪਰ ਅਗਲੇ ਦੇ ਮਾਹੌਲ ਦੇ ਹਿਸਾਬ ਦੇ ਨਾਲ ਨਹੀਂ ਹੁੰਦਾ। ਸਿਰਫ ਫੋਲੋ ਇੰਨਾ ਕਰੋ ਕਿ ਦੇਖੋ ਕੀ ਕਰ ਰਹੇ ਨੇ, ਇਹਨਾਂ ਦਾ ਘਰ ਦਾ ਮਾਹੌਲ ਕਿਸ ਤਰ੍ਹਾਂ। ਅਤੇ ਜ਼ਿੰਦਗੀ ਬੜੀ ਸੋਹਣੀ ਹੈ ਅਤੇ ਬੜੀ ਵਧੀਆ ਜ਼ਿੰਦਗੀ ਗੁਜ਼ਰ ਜਾਂਦੀ ਹੈ। ਅਸੀਂ ਲੋਕ ਆਪਣੀ ਈਨ ਅਨਾ 'ਚ ਹਰ ਚੀਜ਼ ਭੁੱਲ ਜਾਂਦੇ ਹਾਂ। ਨਹੀਂ, ਮੈਂ ਬੈਸਟ ਹਾਂ, ਮੈਂ ਬਹੁਤ ਅੱਛੀ ਹਾਂ, ਅਗਲੇ ਦਾ ਘਰ ਇੰਨਾ ਅੱਛਾ ਨਹੀਂ ਹੈ, ਇਹ ਨਹੀਂ ਸੋਚਣਾ। ਅਗਲਿਆਂ ਦਾ ਘਰ ਬੜਾ ਅੱਛਾ ਹੁੰਦਾ ਹੈ, ਸਿਰਫ ਆਪਣਾ ਨਜ਼ਰੀਆ ਥੋੜ੍ਹਾ ਚੇਂਜ ਕਰਨ ਨਾਲ ਆਉਂਦਾ ਹੈ। ਠੀਕ ਹੈ ਨਾ। ਅਤੇ ਮੇਰੀਆਂ ਧੀਆਂ ਵਾਸਤੇ ਇਹੀ ਦੀ ਦੁਆ ਹੈ, ਅੱਲਾ ਸੋਹਣਾ ਉਹਨਾਂ ਨੂੰ ਆਪਣੇ ਘਰਾਂ 'ਚ ਹੱਸਦਾ ਵਸਦਾ ਰੱਖੇ। ਅਤੇ ਤੁਸੀਂ ਆਪਣੀ ਬੱਚਿਆਂ ਨੂੰ ਇਹ ਸੀਖ ਦਿਓ ਕਿ ਪਹਿਲੇ ਜਾ ਕੇ ਆਪਣੇ ਸਸੁਰਾਲ ਨੂੰ ਦੇਖੋ ਕਿ ਉਹਨਾਂ ਦੀ ਕੀ ਰੀਤ ਰਿਵਾਜ ਹੈ, ਉਹਨਾਂ ਦਾ ਘਰ ਦਾ ਸਿਸਟਮ ਕੀ ਹੈ, ਕਿਸ ਤਰ੍ਹਾਂ ਹੈ। ਠੀਕ ਹੈ, ਬਾਕੀ ਮੈਂ ਤੁਹਾਡੇ ਨਾਲ ਕੱਲ੍ਹ ਸ਼ੇਅਰ ਕਰਾਂਗੀ। ਓਕੇ, ਅੱਲਾ ਹਾਫਿਜ਼।